ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤਰਨਜੀਤ ਕੌਰ ਘੁੰਮਣ। ਦੋਸਤੋ, ਜਦੋਂ ਵੀ ਅਸੀਂ ਕੈਨੇਡਾ ਦੇ ਬਾਰੇ ਵਿੱਚ ਗੱਲਬਾਤ ਕਰਦੇ ਹਾਂ ਨਾ, ਹਰ ਕੋਈ ਇਹੀ ਸੋਚਦਾ ਕਿ ਕੈਨੇਡਾ ਵਿੱਚ ਆ ਗਏ ਤਾਂ ਆਪਣੀ ਗੱਡੀ ਲੈਣਾ ਤਾਂ ਬਹੁਤ ਸੌਖੀ ਗੱਲ ਹੈ। ਸੋ ਇੱਥੇ ਆਓ, ਆ ਕੇ ਤੁਸੀਂ ਨਾਲ ਦੀ ਨਾਲ ਕੰਮ ਕਰ ਸਕਦੇ ਹੋ, ਤੁਹਾਨੂੰ ਫਾਈਨੈਂਸ ਕਰਵਾ ਕੇ ਤੁਹਾਨੂੰ ਗੱਡੀ ਮਿਲ ਜਾਂਦੀ ਹੈ। ਸੋ ਇਹ ਗੱਡੀ ਲੈਣਾ ਕੋਈ ਔਖਾ ਕੰਮ ਨਹੀਂ ਹੈ। ਘਰਾਂ ਨੂੰ ਲੈਣਾ ਹਾਲਾਂਕਿ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ, ਪਰ ਕਮਾ ਕੇ ਤੁਸੀਂ ਆਪਣੇ ਘਰ ਵੀ ਲੈ ਸਕਦੇ ਹੋ। ਕੁਝ ਸਮੇਂ ਵਿੱਚ ਅਸੀਂ ਦੇਖਿਆ ਕਿ ਪੈਂਡੈਮਿਕ ਵਿੱਚ ਜਿਸ ਤਰੀਕੇ ਨਾਲ ਘਰਾਂ ਦੀਆਂ ਕੀਮਤਾਂ ਵਧੀਆਂ ਨੇ, ਤਾਂ ਘਰ ਲੈਣੇ ਤਾਂ ਪਹੁੰਚ ਤੋਂ ਬਾਹਰ ਹੋਈ ਹੀ ਨੇ। ਇਸ ਟਾਈਮ 'ਚ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਗੱਡੀ ਲੈਣਾ ਵੀ ਯਾਨੀ ਕਿ ਕਾਰ ਲੈਣਾ ਵੀ ਕੋਈ ਸੌਖੀ ਗੱਲ ਨਹੀਂ ਰਹੀ। ਇਹ ਨਹੀਂ ਹੈ ਕਿ ਤੁਸੀਂ ਸਿਰਫ ਨਵੀਂ ਕਾਰ ਨਹੀਂ ਲੈ ਸਕਦੇ, ਨਵੀਂ ਕਾਰ ਲਈ ਤਾਂ ਵੇਟਿੰਗ ਪੀਰੀਅਡ ਬਹੁਤ ਲੰਬਾ ਚੱਲ ਹੀ ਰਿਹਾ, ਬਲਕਿ ਜੇ ਤੁਸੀਂ ਯੂਜ਼ਡ ਕਾਰ ਜਾਂ ਤੁਸੀਂ ਪ੍ਰੀ ਓਨਡ ਕਾਰ ਲੈਣਾ ਚਾਹੁੰਦੇ ਹੋ ਤਾਂ ਇਹਦੇ ਲਈ ਵੀ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਆ, ਕਿਉਂਕਿ ਮਾਰਕੀਟ ਵਿੱਚ ਇਸ ਵਕਤ ਯੂਜ਼ਡ ਕਾਰ ਦੀਆਂ ਕੀਮਤਾਂ ਬਹੁਤ ਅਸਮਾਨ ਨੂੰ ਛੂ ਰਹੀਆਂ ਨੇ। ਸੋ ਹੋ ਸਕਦਾ ਕਿ ਤੁਸੀਂ ਕੋਈ ਕਾਰ ਸੋਚੋ, ਰਾਤ ਨੂੰ ਤੁਸੀਂ ਇੱਕ ਇੰਟਰਨੈਟ ਦੇ ਉੱਤੇ ਦੇਖ ਰਹੇ ਹੋ, ਕੋਈ ਕਾਰ ਤੁਹਾਨੂੰ ਪਸੰਦ ਆਉਂਦੀ ਆ, ਤੁਸੀਂ ਉਹ ਕਾਰ ਦੇਖਦੇ ਪਏ ਹੋ, ਤੁਹਾਨੂੰ ਪਸੰਦ ਆ ਗਈ, ਤੁਸੀਂ ਸੋਚਦੇ ਹੋ ਕਿ ਮਾਰਨਿੰਗ ਜਾ ਕੇ ਜਾਂ ਮੈਂ ਅਪਾਇੰਟਮੈਂਟ ਬੁੱਕ ਕਰਵਾ ਲੈਣਾ ਹੈ ਤੇ ਉਸ ਤੋਂ ਬਾਅਦ ਮੈਂ ਜਾ ਕੇ ਕਾਰ ਦੇਖੂੰਗਾ। ਪਰ ਜਦੋਂ ਤੁਸੀਂ ਸਵੇਰੇ ਉੱਠ ਕੇ ਮਾਰਨਿੰਗ ਵੇਲੇ ਅਪਾਇੰਟਮੈਂਟ ਬੁੱਕ ਕਰਵਾਉਣ ਲੱਗਦੇ ਹੋ, ਪਰ ਤੁਹਾਨੂੰ ਉਦੋਂ ਪਤਾ ਲੱਗਦਾ ਕਿ ਕਾਰ ਵਿਕ ਵੀ ਚੁੱਕੀ ਹੈ। ਸੋ ਇਸ ਲਈ ਕਾਰ ਨੂੰ ਲੈ ਕੇ ਬਹੁਤ ਜਦੋਜਹਿਦ ਕਰਨੀ ਪੈ ਰਹੀ ਹੈ ਇਸ ਵਕਤ ਕੈਨੇਡਾ ਦੇ ਵਿੱਚ, ਕਿਉਂਕਿ ਮਾਰਕੀਟ ਕਾਰ ਦੀ ਇਸ ਵਕਤ ਕਾਰਾਂ ਦੀ ਮਾਰਕੀਟ, ਯੂਜ਼ਡ ਕਾਰ ਦੀ ਮਾਰਕੀਟ ਬਹੁਤ ਜ਼ਿਆਦਾ ਹੌਟ ਹੋ ਚੁੱਕੀ ਹੈ। ਸੋ ਅੱਜ ਅਸੀਂ ਇਸ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕਿ ਮਾਰਕੀਟ ਦੀ ਇਹ ਸਿਚੁਏਸ਼ਨ ਕਦੋਂ ਜਾ ਕੇ ਠੀਕ ਹੋਏਗੀ। ਖਾਸ ਤੌਰ ਤੇ ਨਿਊ ਇਮੀਗ੍ਰੈਂਟਸ ਆ ਰਹੇ ਨੇ, ਹਰ ਕੋਈ ਇਹ ਸੋਚਦਾ ਕਿ ਇੱਥੇ ਆ ਕੇ ਆਪਣੀ ਡ੍ਰੀਮ ਕਾਰ ਜ਼ਰੂਰ ਲਵਾਂਗੇ। ਡ੍ਰੀਮ ਕਾਰ ਲੈਣ ਤੱਕ ਸਭ ਤੋਂ ਪਹਿਲਾਂ ਕੋਈ ਨਾ ਕੋਈ ਆਪਣਾ ਵਹੀਕਲ ਜ਼ਰੂਰ ਹੋਣਾ ਚਾਹੀਦਾ, ਟ੍ਰਾਂਜ਼ਿਟ ਦੇ ਸਫ਼ਰ ਦੇ ਲੰਬੇ ਸਫ਼ਰਾਂ ਤੋਂ ਅਸੀਂ ਬਚ ਸਕੀਏ। ਸੋ ਆਪਣੀ ਕਾਰ ਲੈਂਦੇ ਹਾਂ, ਆਪਣੀ ਨਾਲ ਦੀ ਨਾਲ ਅਸੀਂ ਕਾਰ ਦੀ ਕਿਸ਼ਤ ਦੇਈ ਜਾਵਾਂਗੇ, ਨਾਲ ਦੀ ਨਾਲ ਇੰਸ਼ੋਰੈਂਸ ਪੇ ਕਰੀ ਜਾਵਾਂਗੇ, ਕਮ ਸੇ ਕਮ ਆਉਣ ਜਾਣ ਦਾ ਸਫ਼ਰ ਸੌਖਾਲਾ ਹੋਊਗਾ। ਪਰ ਹੁਣ ਇਹ ਇੰਨਾ ਸੌਖਾ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਇਸ ਐਪੀਸੋਡ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹੁਣ ਘਰਾਂ ਦੇ ਨਾਲ ਨਾਲ ਕਾਰਾਂ ਲੈਣੀਆਂ ਵੀ ਸੌਖੀਆਂ ਨਹੀਂ ਰਹੀਆਂ। ਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੈਂਡੈਮਿਕ ਤੋਂ ਬਾਅਦ ਖਾਸ ਤੌਰ 'ਤੇ ਜੇ ਅਸੀਂ ਕਾਰਸ ਦੀ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਹੌਟ ਮਾਰਕੀਟ ਬਣੀ ਹੋਈ ਹੈ। ਖਾਸ ਤੌਰ 'ਤੇ ਪ੍ਰੀ ਓਨਡ ਯਾਨੀ ਕਿ ਯੂਜ਼ਡ ਕਾਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਕਸਟਮਰਸ ਦਾ ਰੁਝਾਨ ਇਹਨਾਂ ਕਾਰਾਂ ਵੱਲ ਜ਼ਿਆਦਾ ਵੱਧ ਚੁੱਕਿਆ। ਇਸ ਦਾ ਕਾਰਨ ਕੀ ਹੈ, ਕਦੋਂ ਤੱਕ ਇਹ ਰੁਝਾਨ ਦੇਖਣ ਨੂੰ ਮਿਲ ਸਕਦਾ, ਇਸ ਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਪ੍ਰੀ ਓਨਡ ਕਾਰਸ ਨੂੰ ਲੈ ਕੇ ਇਸ ਵਕਤ ਕਸਟਮਰਸ ਦੇ ਵਿੱਚ ਜੋ ਮਾਰਾਮਾਰੀ ਪਈ ਹੋਈ ਹੈ, ਪਹਿਲਾਂ ਸੀਗਾ ਕਿ ਰੀਅਲ ਸਟੇਟ ਮਾਰਕੀਟ ਦੇ ਵਿੱਚ ਇੱਕ ਕਾਰ ਦੇ ਉੱਤੇ ਕਿੰਨੀਆਂ ਆਫਰਸ ਸੀਗੀਆਂ, ਹੁਣ ਇਸ ਵਕਤ ਇੱਕ ਕਾਰ ਦੇ ਪਿੱਛੇ ਕਿੰਨੀਆਂ ਆਫਰਸ ਆ ਰਹੀਆਂ ਨੇ। ਸੋ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹੋਏ ਹਾਂ ਬਾਈ ਜੀ ਆਟੋਸ ਤੇ ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਬੋਪਰਾ ਜੀ, ਜੋ ਇਸ ਦੇ ਬਾਰੇ ਵਿੱਚ ਸਾਨੂੰ ਵਧੇਰੇ ਜਾਣਕਾਰੀ ਦੇਣਗੇ। ਵੈਲਕਮ ਟੂ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਆਫਟਰਨੂਨ। ਜਦੋਂ ਆਪਾਂ ਗੱਲ ਕਰਦੇ ਹਾਂ ਮਾਰਕੀਟ ਕੰਡੀਸ਼ਨਸ ਨੂੰ ਲੈ ਕੇ, ਖਾਸ ਤੌਰ 'ਤੇ ਕਾਰਾਂ ਦੀ ਜਦੋਂ ਗੱਲ ਕਰਦੇ ਹਾਂ, ਬਾਈ ਜੀ ਆਟੋਜ਼ ਇੱਕ ਰਿਨੋਨ ਨਾਮ ਹੈਗਾ, ਇਸ ਵਕਤ ਬ੍ਰਾਂਡ ਹੈ। ਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਾਰਕੀਟ ਦੇ ਵਿੱਚ? ਸਾਨੂੰ ਤਕਰੀਬਨ 5.5 ਸਾਲ ਹੋ ਗਏ ਜੀ ਡੀਲਰਸ਼ਿਪ। ਹਾਂਜੀ, 5.5 ਸਾਲ ਦੇ ਕਰੀਬ ਹੋ ਗਿਆ ਤੇ 2 ਲੋਕੇਸ਼ਨਾਂ ਹੈਗੀਆਂ ਸਾਡੀਆਂ ਬਰੈਂਪਟਨ ਦੇ ਵਿੱਚ। ਸੋ 5.5 ਸਾਲ ਦੇ ਵਿੱਚ ਤੁਸੀਂ ਕਦੇ ਐਵੇਂ ਦੀ ਸਿਚੁਏਸ਼ਨ ਦੇਖੀ ਸੀ ਜੋ ਇਸ ਟਾਈਮ ਹੋਈ ਆ, ਪੈਨਿਕ ਬਾਇੰਗ ਹੋ ਰਹੀ ਆ, ਪ੍ਰੀ ਓਨਡ ਕਾਰਸ ਨੂੰ ਲੈ ਕੇ ਲੋਕਾਂ 'ਚ ਇੰਨਾ ਇੰਟਰਸਟ ਵੱਧ ਚੁੱਕਿਆ? ਮੈਨੂੰ ਲੱਗ ਰਿਹਾ ਕਿ ਆਪਣੀ ਜਨਰੇਸ਼ਨ ਦੇ ਵਿੱਚ ਇਹ ਜਿਹੜੀ ਚੀਜ਼ ਹੋ ਰਹੀ ਹੈ, ਹੈਪਨ ਹੋ ਰਿਹਾ, ਸਾਰਾ ਕੁਝ ਪਹਿਲੀ ਵਾਰੀ ਆਪਾਂ ਦੇਖ ਰਹੇ ਹਾਂ। ਬਿਲਕੁਲ, ਹਾਂਜੀ। ਸੋ ਇਹਦਾ ਰੀਜ਼ਨ ਤੁਸੀਂ ਕੀ ਮੰਨਦੇ ਹੋ, ਕਿਉਂ ਇੰਨਾ ਜ਼ਿਆਦਾ ਹੋ ਰਿਹਾ ਵਾ ਕਿ ਪ੍ਰੀ ਓਨਡ ਕਾਰਸ ਦੇ ਵਿੱਚ ਇੰਨਾ ਇੰਟਰਸਟ ਵੱਧ ਗਿਆ? ਲੋਕੀ ਇੰਨੀਆਂ ਮਹਿੰਗੀਆਂ ਗੱਡੀਆਂ ਲੈਣ ਨੂੰ ਵੀ ਤਿਆਰ ਨੇ ਤੇ ਨਵੀਆਂ ਗੱਡੀਆਂ ਵੱਲ ਅਜੇ ਰੁਝਾਨ ਘੱਟ ਹੈ। ਨਹੀਂ, ਗੱਲ ਇਹ ਨਹੀਂ ਗੀ, ਗੱਲ ਉਹੀ ਹੈ ਜਿਹੜੀ ਤੁਸੀਂ ਘਰਾਂ ਦੀ ਕਹਿ ਰਹੇ ਸੀ ਨਾ, ਡਿਮਾਂਡ ਐਂਡ ਸਪਲਾਈ। ਮੇਨ ਚੀਜ਼ ਉਹੀ ਹੈਗੀ ਹੈ, ਕਿਉਂਕਿ ਹਰੇਕ ਛੋਟੀ ਤੋਂ ਵੱਡੀ ਕਾਰ ਜਿਹੜੀ ਹੈਗੀ ਆ, ਜਿਹੜੀ ਪਾਪੂਲਰ ਹੈਗੀ ਆ ਇਸ ਟਾਈਮ, ਬ੍ਰੈਂਡ ਨਿਊ ਕਾਰ, ਉਹ ਇਸ ਟਾਈਮ ਲਾਈਕ ਉਹਨਾਂ ਦੀ ਕਿਸੇ ਦੀ ਤਾਂ ਵੇਟਿੰਗ ਹੈਗੀ ਆ 3 ਮਹੀਨੇ ਦੀ, ਕਿਸੇ ਦੀ ਵੇਟਿੰਗ ਹੈਗੀ ਆ 6 ਮਹੀਨੇ ਦੀ। ਕਈ ਜਿਹੜੀਆਂ ਜ਼ਿਆਦਾ ਲਗਜ਼ਰੀ ਕਾਰਾਂ ਹੈਗੀਆਂ 1 ਈਅਰ ਔਰ ਮੋਰ ਦੈਨ 1 ਈਅਰ ਦੀ ਵੇਟਿੰਗ ਵੀ ਹੈਗੀ ਹੈ। ਸੋ ਉਹ ਵੇਟਿੰਗ ਕਰਕੇ, ਡਿਮਾਂਡ ਐਂਡ ਸਪਲਾਈ ਕਰਕੇ ਹੀ ਜਿਹੜਾ ਇਹ ਇਸ਼ੂ ਆ ਰਿਹਾ ਜਿਹੜਾ। ਤੁਸੀਂ ਡਿਮਾਂਡ ਐਂਡ ਸਪਲਾਈ ਦੀ ਗੱਲ ਕੀਤੀ ਆ, ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਪਈਆਂ ਸੀਗੀਆਂ, ਪਹਿਲਾਂ ਵੀ ਲੋਕਾਂ ਦਾ ਪੂਰਾ ਇੰਟਰਸਟ ਸੀਗਾ ਨਵੀਆਂ ਕਾਰਾਂ ਦੇ ਵਿੱਚ। ਅਚਾਨਕ ਇੰਨਾ ਜ਼ਿਆਦਾ ਮਤਲਬ ਕਿ ਜ਼ਿਆਦਾ ਡਿਮਾਂਡ ਵੱਧ ਚੁੱਕੀ ਆ ਜਾਂ ਸਪਲਾਈ ਪਿੱਛੋਂ ਘੱਟ ਗਈ ਆ? ਜੇ ਘੱਟ ਗਈ ਆ ਤਾਂ ਇਹਦਾ ਰੀਜ਼ਨ ਕੀ ਹੈ? ਇਹਦੇ 2-3 ਰੀਜ਼ਨ ਹੈਗੇ ਨੇ। 2-3 ਰੀਜ਼ਨ, ਇੱਕ ਤਾਂ ਹੈਗਾ ਜਿਹੜਾ ਆਲਰੇਡੀ ਆਪਾਂ ਕਹੀਏ ਕਿ ਡਿਮਾਂਡ ਐਂਡ ਸਪਲਾਈ। ਸੈਕੰਡ ਇਹਦਾ ਰੀਜ਼ਨ ਹੈਗਾ ਕਿ ਮੈਨੂਫੈਕਚਰ ਜਿਹੜੀਆਂ ਕੰਪਨੀਆਂ ਹੈਗੀਆਂ ਨੇ, ਪਹਿਲਾਂ ਉਹ ਡਿਸਕਾਊਂਟ 'ਤੇ ਵੇਚਦੇ ਸੀ ਚੀਜ਼ਾਂ, ਠੀਕ ਹੈ, ਅਤੇ ਸਪਲਾਈ ਲਾਈਨ ਟੁੱਟ ਗਈ ਜਦੋਂ ਕੋਵਿਡ ਹੋਇਆ। ਕੋਵਿਡ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਪਲਾਈ ਸੀਗੇ ਉਹ ਘਰ ਬੈਠ ਗਏ, ਤੋ ਪਤਾ ਨਹੀਂ ਸੀ ਕਿਸੇ ਨੂੰ ਕੀ ਹੋਣਾ, ਅਤੇ ਉਹਦੇ ਰੀਜ਼ਨ ਕਰਕੇ ਸਪਲਾਈ ਲਾਈਨ ਜਦੋਂ ਟੁੱਟ ਗਈ, ਦੁਬਾਰਾ ਕਾਰਾਂ ਬਣਨੀਆਂ ਘੱਟ ਗਈਆਂ। ਹੌਲੀ ਹੌਲੀ ਇਹ ਚੀਜ਼ ਹੋਈ ਕਿ ਓਬਵੀਅਸਲੀ ਤੁਹਾਨੂੰ ਪਤਾ ਕਿ ਇੱਥੇ ਕੈਨੇਡਾ ਦੇ ਵਿੱਚ ਕਾਰਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਜੇ ਆਪਾਂ ਕਹੀਏ ਕਿ ਕਾਰ ਤੁਹਾਡੇ ਆਪਣੇ ਜਿਹੜੇ ਪੈਰ ਨਹੀਂ ਤੁਹਾਡੇ ਨਾ, ਕਾਰ ਉਹ ਤੁਹਾਡੇ ਹੈਗੇ ਆ। ਸੋ ਉਹਦੇ ਕਰਕੇ ਜਿਹੜੀਆਂ ਵੀ ਆਪਣੇ ਅਵੇਲੇਬਲ ਕਾਰਾਂ ਸੀਗੀਆਂ
ਸਪਲਾਈ ਟੁੱਟਣ ਕਰਕੇ ਉਹ ਕਾਰਾਂ ਨਿਕਲ ਗਈਆਂ ਸਾਰੀਆਂ। ਨਵੀਆਂ ਬਣਾਉਣ ਦੇ ਵਿੱਚ ਜਦ ਡੀਲਰਸ਼ਿਪਾਂ ਨੂੰ ਲੱਗਿਆ ਕਿ ਸਾਡੀਆਂ ਜਿਹੜੀਆਂ ਨਵੀਆਂ ਕਾਰਾਂ ਨੇ ਉਹ ਵੱਧ ਪ੍ਰਾਈਸ 'ਤੇ ਵਿਕ ਰਹੀਆਂ ਨੇ ਜਾਂ ਪ੍ਰੋਪਰ ਪ੍ਰਾਈਸ 'ਤੇ ਵਿਕ ਰਹੀਆਂ ਨੇ, ਕੋਈ ਡਿਸਕਾਊਂਟ ਦੇਣ ਦੀ ਲੋੜ ਨਹੀਂ। ਹੁਣ ਥੋੜ੍ਹਾ ਜਿਹਾ ਇਹ ਵੀ ਚੀਜ਼ ਹੋ ਰਹੀ ਹੈ ਕਿ ਉਹ ਸਪਲਾਈ ਚੇਨ ਦਾ ਥੋੜ੍ਹਾ ਜਿਹਾ ਰੌਲਾ ਜਾਣ ਕੇ ਵੀ ਬਣਾਇਆ ਜਾ ਰਿਹਾ, ਕਿਉਂਕਿ ਵੱਡੀਆਂ ਮੈਨੂਫੈਕਚਰ ਕੰਪਨੀਆਂ ਨੂੰ ਇਹ ਚੀਜ਼ ਲੋਟ ਆ ਰਹੀ ਹੈ ਉਹਨਾਂ ਦੀ। ਮੈਂ ਪਹਿਲਾਂ ਵੀ ਗੱਲ ਕਰਕੇ ਹਟੀ ਸੀ ਕਿਸੇ ਨਾਲ, ਤੇ ਦੇਵਰ ਸਿੰਘ ਕਿ ਕੁਝ ਚਿਪ ਵਗੈਰਾ ਦਾ ਵੀ ਪ੍ਰੋਬਲਮ ਆ ਰਹੀ ਹੈ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ। ਚਿਪ ਵਗੈਰਾ ਦੀ ਪ੍ਰੋਬਲਮ ਬਿਲਕੁਲ ਸੀਗੀ, ਬਟ ਚਿਪ ਵਗੈਰਾ ਦੀ ਪ੍ਰੋਬਲਮ ਜੇ ਆਪਾਂ ਕਹੀਏ ਕਿ 3 ਸਾਲ ਦੇ ਵਿੱਚ ਆਪਾਂ ਸੋਲਵ ਨਹੀਂ, 2 ਸਾਲ ਤੋਂ ਉੱਪਰ ਹੋ ਗਿਆ ਆਪਾਂ ਨੂੰ ਜੇ ਆਪਾਂ ਪੈਂਡੈਮਿਕ ਦੀ ਗੱਲ ਕਰੀਏ ਤੇ 2 ਸਾਲ ਦੇ ਵਿੱਚ ਜੇ ਚਿਪ ਵਾਲਾ ਰੀਅਲ ਥਿੰਗ ਨਹੀਂ ਲੱਗਦੀ, ਟੂ ਬੀ ਵੈਰੀ ਕਲੀਅਰ। ਕਿਉਂਕਿ 2 ਸਾਲ ਚਿਪ ਐਡੀ ਵੱਡੀ ਨਹੀਂ ਕਿ ਆਪਾਂ ਬਣਾ ਨਹੀਂ ਸਕਦੇ, ਰਾਈਟ। ਆਪਾਂ ਜੇ ਹੁਣ ਆਪਾਂ ਅੱਜ ਯੁੱਗ ਦੇ ਵਿੱਚ ਕਹੀਏ ਕਿ ਵੱਡੀਆਂ ਚੀਜ਼ਾਂ ਬਣ ਰਹੀਆਂ ਨੇ, ਵੱਡੀਆਂ ਚੀਜ਼ਾਂ, ਸੋ ਮੈਨੂਫੈਕਚਰ ਚੀਜ਼ਾਂ ਕਰਨੀਆਂ, ਈਵਨ ਕਿ ਪਲਾਂਟ ਲਾਉਣੇ ਕਿੱਡੀ ਕੁ ਵੱਡੀ ਗੱਲ ਹੈ। ਯਾ ਬਟ ਉਹ ਥੋੜ੍ਹਾ ਜਿਹਾ ਇਹ ਹੈ ਕਿ ਸੂਟ ਕਰ ਰਿਹਾ ਇਸ ਟਾਈਮ ਜਿਹੜੀਆਂ ਮੈਨੂਫੈਕਚਰ ਕੰਪਨੀਆਂ ਨੇ ਉਹਨਾਂ ਦੀਆਂ ਘੱਟ ਗੱਡੀਆਂ ਵੇਚ ਕੇ ਵੀ ਪ੍ਰੋਫਿਟ ਜ਼ਿਆਦਾ ਬਣ ਰਹੇ ਆ। ਤੁਸੀਂ ਕਿਹਾ ਪ੍ਰੋਫਿਟ ਜ਼ਿਆਦਾ ਬਣ ਰਿਹਾ। ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕਸਟਮਰਸ ਨੇ ਖਾਸ ਤੌਰ 'ਤੇ ਕੋਈ ਕਾਰ ਲੈਣ ਆਉਂਦਾ ਆ, ਤੇ ਕੋਈ ਸਮਾਂ ਇਹ ਚਾਹੁੰਦਾ ਸੀਗਾ ਕਿ ਕਾਰ ਦੇ ਉੱਤੇ ਦੇਖਦੇ ਸੀ ਉਹਨਾਂ ਨੂੰ ਮਲਟੀਪਲ ਆਫਰਸ ਹੁੰਦੀਆਂ ਸੀ ਕਿ ਇੱਕ ਕਾਰ ਇੱਥੋਂ ਨਹੀਂ ਪਸੰਦ ਆਈ, ਦੂਜੀ ਮੈਨੂੰ ਇਹ ਸੇਮ ਕਾਰ ਜਿਹੜੀ ਆ ਘੱਟ ਰੇਟ 'ਤੇ ਮਿਲ ਰਹੀ ਆ। ਅੱਜ ਦੇ ਟਾਈਮ 'ਚ ਇੱਦਾਂ ਹੋ ਰਿਹਾ, ਘਰਾਂ ਵਾਲਾ ਹਾਲ ਹੋਇਆ ਲਿਟਰਲੀ, ਕਿ ਜੋ ਟਾਈਮ ਪੈਂਡੈਮਿਕ ਵੇਲੇ ਘਰਾਂ ਦਾ ਸੀ ਕਿ ਮਲਟੀਪਲ ਆਫਰਸ ਜਾ ਰਹੇ ਸੀਗੇ, ਉਹੀ ਇਸ ਵਕਤ ਰਾਤ ਨੂੰ ਕਾਰ ਸੋਚਦੇ ਆ ਕਿ ਇਹ ਕਾਰ ਵੇਖ ਕੇ ਆਉਣਾ, ਸਵੇਰੇ ਜਾ ਕੇ ਚੈੱਕ ਕਰਕੇ ਆਉਂਦੇ ਆ ਤਾਂ ਮਾਰਨਿੰਗ ਉੱਠਣ ਸਾਰ ਉਹ ਕਾਰ ਸੋਲਡ ਹੋਈ ਹੁੰਦੀ ਆ। ਸੋ ਇਸ ਵਕਤ ਇੰਨੀ ਜ਼ਿਆਦਾ ਮਾਰੋਮਾਰੀ ਕਿਉਂ ਕਰ ਰਹੀ? ਮਾਰੋਮਾਰੀ ਉਹੀ ਜੀ, ਸਪਲਾਈ ਨਹੀਂ ਹੈਗੀ ਔਰ ਨਵੀਆਂ ਗੱਡੀਆਂ ਆ ਨਹੀਂ ਰਹੀਆਂ। ਨਵੀਆਂ ਗੱਡੀਆਂ ਜੇ ਮਾਰਕੀਟ ਦੇ ਵਿੱਚ ਆਉਣਗੀਆਂ ਉਹ ਵੱਧ ਤੋਂ ਵੱਧ ਲੀਜ਼ 'ਤੇ ਜਾਣਗੀਆਂ, ਅਵੇਲੇਬਿਲਟੀ ਵਧੂਗੀ ਤਾਂ ਸਾਡੇ ਕੋਲ ਆਉਣਗੀਆਂ, ਤਾਂ ਅਸੀਂ ਵੇਚਾਂਗੇ, ਠੀਕ ਹੈ। ਔਰ ਦੂਜੀ ਚੀਜ਼ ਇਹ ਹੈਗੀ ਹੈ ਕਿ ਹੁਣ ਆਪਣਾ ਕੋਵਿਡ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਲਰੇਡੀ ਡਨ ਹੋਇਆ, ਉਹਦੇ ਨਾਲ ਇਮੀਗ੍ਰੈਂਟ ਵੀ ਨਵੇਂ ਆ ਰਹੇ ਆ। ਨਵੇਂ ਜੇ ਆਪਾਂ ਇੰਟਰਨੈਸ਼ਨਲ ਸਟੂਡੈਂਟ ਕਹਿ ਲਈਏ ਜਾਂ ਨਵੇਂ ਇਮੀਗ੍ਰੈਂਟ ਕਹਿ ਲਈਏ, ਉਹ ਅਲੱਗ-ਅਲੱਗ ਓਪਰਚੁਨਿਟੀ ਦੇ ਵਿੱਚ ਉਹ ਇੱਥੇ ਆ ਰਹੇ ਆ, ਉਹਦੇ ਕਰਕੇ ਡਿਮਾਂਡ ਵਧੀ ਹੋਈ ਹੈ। ਸੋ ਅਵੇਲੇਬਿਲਟੀ ਦਾ ਮੇਨ ਇਸ਼ੂ ਆ ਰਿਹਾ। ਫੈਕਟਰ ਕਈ ਨੇ ਇਹਦੇ ਪਿੱਛੇ, ਬਟ ਮੇਨ ਉਹੀ ਹੈ ਕਿ ਸਾਡੇ ਕੋਲ ਜੇ ਕਾਰਾਂ ਆਉਣਗੀਆਂ ਅਸੀਂ ਵੇਚਾਂਗੇ। ਇੱਕ ਇਹਦੇ ਵਿੱਚ ਹੋਰ ਚੀਜ਼ ਹੈਗੀ ਆ ਕਿ ਥੋੜ੍ਹਾ ਜਿਹਾ ਕਿ ਇਹ ਚੀਜ਼ ਹੋ ਗਈ ਹੈ ਬਿਲਕੁਲ ਕਿ ਘੱਟ ਚੱਲੀਆਂ ਹੋਈਆਂ ਕਾਰਾਂ ਜਾਂ ਵਧੀਆ ਕਾਰਾਂ ਲੱਭਣੀਆਂ ਮੁਸ਼ਕਿਲ ਆ ਰਹੀ ਹੈ ਇਸ ਟਾਈਮ। ਤੁਸੀਂ ਕਿਹਾ ਕਾਰਾਂ ਨੂੰ ਲੈ ਕੇ ਮੁਸ਼ਕਿਲ ਆ ਰਹੀ ਆ। ਇਹ ਸੋਚਿਆ ਜਾ ਰਿਹਾ ਸੀ ਕਿ ਪੈਂਡੈਮਿਕ ਤੋਂ ਬਾਅਦ ਜਿਵੇਂ ਇਨਫਲੇਸ਼ਨ ਇੰਨੀ ਜ਼ਿਆਦਾ ਹੋਈ ਆ, ਖਾਸ ਤੌਰ 'ਤੇ ਅਸੀਂ ਗੈਸ ਪ੍ਰਾਈਸਿਸ ਦੇਖ ਸਕਦੇ ਹਾਂ ਕਿੰਨੇ ਜ਼ਿਆਦਾ ਵੱਧ ਗਏ ਨੇ, ਕਿ ਸ਼ਾਇਦ ਲੋਕਾਂ ਦਾ ਰੁਝਾਨ ਘਟੇਗਾ। ਅਤੇ ਆਮ ਤੌਰ 'ਤੇ ਮੰਨਿਆ ਜਾਂਦਾ ਸੀ, ਖਾਸ ਤੌਰ 'ਤੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਵਾਈਟ ਕਮਿਊਨਿਟੀ ਜਿਹੜੀ ਆ ਮੰਨਿਆ ਜਾਂਦਾ ਹੈ ਕਿ ਗਰਮੀਆਂ ਦੇ ਮੌਸਮ 'ਚ ਆਪਣੀਆਂ ਕਾਰਾਂ ਸੋਲਡ ਕਰਦੇ ਨੇ, ਉਹ ਸੇਲ ਕਰਨ ਤੋਂ ਬਾਅਦ ਅੱਗੇ ਸਰਦੀਆਂ ਵਿੱਚ ਜਾ ਕੇ ਸੋਚਦੇ ਨੇ ਕਿ ਨਵੀਆਂ ਕਾਰਾਂ ਲਈਆਂ ਜਾਣਗੀਆਂ। ਅਤੇ ਇਹ ਅਸੀਂ ਦੇਖ ਰਹੇ ਹਾਂ ਇਸ ਵਾਰੀ ਗਰਮੀਆਂ ਦੇ ਵਿੱਚ ਵੀ ਇਹੋ ਜਿਹਾ ਕੁਛ ਨਹੀਂ ਵੇਖਣ ਨੂੰ ਮਿਲ ਰਿਹਾ ਹੈਗਾ, ਅਤੇ ਇਨਫੈਕਟ ਗਰਮੀਆਂ ਦੇ ਵਿੱਚ ਵੀ ਕਾਰਾਂ ਨੂੰ ਲੈ ਕੇ ਜਿਹੜੀ ਆ ਵਿਕਰੀ ਵੱਧ ਰਹੀ ਹੈ। ਉਹੀ ਚੀਜ਼ ਜੀ, ਕਿਉਂਕਿ ਜੇ ਕੋਈ ਵੀ ਬੰਦਾ ਨਾ ਜਿਨ੍ਹਾਂ ਨੂੰ ਪਤਾ ਹੈਗਾ ਕਿ ਕਾਰ ਨੀਡ ਹੈ, ਰਾਈਟ, ਜੇ ਉਹਨਾਂ ਨੂੰ ਕੋਈ ਕਾਰ ਮਿਲਦੀ ਹੋਊਗੀ, ਅੱਗੋਂ ਮਿਲਦੀ ਹੋਊਗੀ, ਤਾਂ ਹੀ ਉਹ ਵੇਚਣਗੇ। ਜਦੋਂ ਤੁਹਾਨੂੰ ਪਹਿਲਾਂ ਹੀ ਕਾਰਾਂ ਜਿਹੜੀਆਂ ਹੈਗੀਆਂ ਲਾਈਨ ਦੇ ਵਿੱਚ ਲੱਗ ਕੇ ਔਰ ਵੱਧ ਪ੍ਰਾਈਸ 'ਤੇ ਮਿਲ ਰਹੀਆਂ ਨੇ, ਸੋ ਫਿਰ ਤਾਂ ਹੀ ਉਹ ਕਾਰਾਂ ਮਾਰਕੀਟ ਦੇ ਵਿੱਚ ਨਹੀਂ ਆ ਰਹੀਆਂ। ਮੇਨ ਚੀਜ਼ ਉਹੀ ਹੈ ਕਿ ਸਾਰਾ ਕੁਝ ਜਿਹੜਾ ਲਿੰਕਡ ਅਪ ਹੈ, ਨਵੀਆਂ ਤੋਂ ਲੈ ਕੇ ਪੁਰਾਣੀਆਂ ਕਾਰਾਂ ਤੱਕ ਆਉਣ ਦੀ ਜਿਹੜੀ ਚੇਨ ਆ ਨਾ, ਉਹ ਬਰੋਕ ਹੋ ਚੁੱਕੀ ਹੈ, ਠੀਕ ਹੈ। ਉਹਦੇ ਕਰਕੇ ਹੀ ਕਾਰਾਂ ਨਾ ਆਉਣੀਆਂ ਅਤੇ ਕਾਰਾਂ ਦੇ ਪ੍ਰਾਈਸ ਵਧਣੇ, ਔਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਆਪਾਂ ਸ਼ਾਮ ਨੂੰ ਕਾਰ ਦੇਖਦੇ ਹਾਂ, ਸਵੇਰ ਨੂੰ ਨਹੀਂ ਹੁੰਦੀ, ਉਹ ਸੋਲਡ ਹੋ ਜਾਂਦੀ ਆ। ਓਬਵੀਅਸਲੀ ਸਾਰਾ ਕੁਝ ਉਹਦੇ ਕਰਕੇ ਹੀ ਹੋ ਰਿਹਾ। ਤੁਹਾਡੇ ਲਈ ਕਿੰਨੀ ਮੁਸ਼ਕਿਲ ਹੋ ਰਹੀ ਹੈ ਇਸ ਵਕਤ ਆਪਣੀ ਇਨਵੈਂਟਰੀ ਨੂੰ ਮੇਨਟੇਨ ਕਰਕੇ ਰੱਖਣਾ? ਓਬਵੀਅਸਲੀ ਪਹਿਲਾਂ ਸਾਡਾ ਜ਼ੋਰ ਲੱਗਾ ਹੁੰਦਾ ਸੀਗਾ, ਸੱਚ ਹੈ ਗੱਲ ਕਿ ਪਹਿਲਾਂ ਜ਼ੋਰ ਲੱਗਾ ਹੁੰਦਾ ਸੀ ਸਾਨੂੰ ਸੈੱਲ ਕਰਨ ਲਈ। ਇਸ ਟਾਈਮ ਸਾਡਾ ਸਭ ਤੋਂ ਵੱਧ ਜ਼ੋਰ ਲੱਗ ਰਿਹਾ ਇਨਵੈਂਟਰੀ ਮੇਨਟੇਨ ਕਰਨ ਲਈ, ਕਿਉਂਕਿ ਲਾਈਕ ਅੱਗੇ ਸਾਨੂੰ ਇਹ ਹੁੰਦਾ ਸੀਗਾ ਸਿਰਫ ਅਸੀਂ ਲੋਕਲ ਬਾਏ ਕਰਦੇ ਸੀਗੇ। ਹੁਣ ਸਾਨੂੰ ਜੇ 2-4 ਕਾਰਾਂ ਦੇ ਲਈ 500 ਕਿਲੋਮੀਟਰ ਵੀ ਜਾਣਾ ਪਵੇ, ਅਸੀਂ ਉਹਦੇ ਲਈ ਵੀ ਕਰ ਰਹੇ ਹਾਂ। ਹੁਣ ਇਸ ਟਾਈਮ ਸਾਡੇ ਕੋਲ ਸਿਰਫ ਬਾਇੰਗ ਦੇ ਵਿੱਚ 7 ਤੋਂ 8 ਬੰਦਿਆਂ ਦੀ ਟੀਮ ਹੈਗੀ ਆ। ਅੱਗੇ ਇਹ ਹੁੰਦਾ ਸੀ ਸਿਰਫ 1-2 ਜਾਣੇ ਅਸੀਂ ਬਾਇੰਗ ਕਰਦੇ ਸੀਗੇ। ਸੋ ਦੂਜੀ ਚੀਜ਼ ਜੇ ਆਪਾਂ ਇਨਵੈਂਟਰੀ ਕਾਸਟ ਦੀ ਕਰੀਏ, ਕਿਉਂਕਿ ਜਿਹੜੀਆਂ ਇਨਫਲੇਸ਼ਨ ਦੇ ਕਾਰਨ ਜਾਂ ਆਪਾਂ ਕਹੀਏ ਸ਼ਾਰਟੇਜ ਦੇ ਕਾਰਨ ਪ੍ਰਾਈਸ ਕਾਰਾਂ ਦੀ ਇੰਨੀ ਵੱਧ ਗਈ ਹੈ ਕਿ ਆਲਮੋਸਟ ਜੇ ਸਾਡਾ ਪਹਿਲਾਂ ਇਨਵੈਂਟਰੀ ਦੇ ਵਿੱਚ 10 ਮਿਲੀਅਨ ਸੀ, ਹੁਣ ਉਹ ਵੱਧ ਕੇ 15 ਮਿਲੀਅਨ ਹੋ ਗਿਆ। ਸੋ ਆਲਮੋਸਟ 50% ਤੋਂ ਮੋਰ ਜਿਹੜੀ ਕਾਰਾਂ ਦੀ ਪ੍ਰਾਈਸ ਵੱਧ ਚੁੱਕੀ ਆ। ਪ੍ਰੋਫਿਟ ਸਾਡੇ ਘਟ ਰਹੇ ਆ ਜੇ ਯੂਜ਼ ਦੇ ਵਿੱਚ ਕਹੀਏ, ਕਿਉਂਕਿ ਓਬਵੀਅਸਲੀ ਆ ਕਿ ਅਸੀਂ ਫਾਈਨਾਂਸ ਵੀ ਕਰਾਉਣੀਆਂ ਨੇ। ਬੈਂਕਾਂ ਉਹ ਫਾਈਨਾਂਸ ਨਹੀਂ ਕਰਦੀਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਕਾਰ ਦੀ ਇੰਨੀ ਕੁ ਪ੍ਰਾਈਸ ਹੈ। ਸੋ ਕਈ ਵਾਰ ਜੇ ਆਪਾਂ ਜ਼ਿਆਦਾ ਪ੍ਰਾਈਸ ਜ਼ਿਆਦਾ ਮਾਰਜਨ ਰੱਖਦੇ ਹਾਂ, ਉਹ ਚੀਜ਼ਾਂ ਨਹੀਂ ਚੱਲ ਰਹੀਆਂ।
ਜੇ ਅਸੀਂ ਕਹੀਏ ਕਿ ਯੂਜ਼ਡ ਕਾਰ ਦੇ ਲਈ ਆਹ ਮਾਰਕੀਟ ਜਿਹੜੀ ਹੈਗੀ ਹੈ ਇਹ ਬਹੁਤ ਮਤਲਬ ਬੈਡ ਟਾਈਮ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਬਿਲਕੁਲ ਬਿਲਕੁਲ। ਸੋ ਯੂਜ਼ਡ ਕਾਰ ਦੀ ਜਦੋਂ ਗੱਲ ਆਉਂਦੀ ਆ, ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹੂੰਗੀ, ਇਸ ਵਕਤ ਤੁਹਾਡੀ ਇੱਥੇ ਇਨਵੈਂਟਰੀ 'ਚ ਮੈਂ ਦੇਖਦੀ ਹਾਂ ਕਾਫੀ ਲਗਜ਼ਰੀਅਸ ਕਾਰਾਂ ਵੀ ਹੈਗੀਆਂ ਨੇ, ਜੈਗੁਆਰ ਹੋ ਗਈ ਐਂਡ ਆਲ ਦੈਟ। ਸੋ ਇਸ ਵਕਤ ਮਾਰਕੀਟ ਨੂੰ ਦੇਖਦੇ ਹੋਏ ਟ੍ਰੈਂਡ ਇਸ ਵਕਤ ਤੁਹਾਡੇ ਕੋਲ ਕਿਹੜਾ ਆ? ਕਿਸ ਚੀਜ਼ ਨੂੰ ਜਾਂ ਕਿਹੜੀ ਕਾਰ ਨੂੰ ਜ਼ਿਆਦਾ ਇਸ ਵਕਤ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ? ਇਸ ਟਾਈਮ ਜਿਹੜੀ ਪ੍ਰੈਫਰੈਂਸ ਜਿਹੜੀ ਹੈਗੀ ਆ, ਜ਼ਿਆਦਾ ਛੋਟੀਆਂ ਕਾਰਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਡਿਊ ਟੂ ਲਾਈਕ ਗੈਸ ਪ੍ਰਾਈਸ ਆਲਮੋਸਟ ਡਬਲ ਤੋਂ ਜ਼ਿਆਦਾ ਹੋ ਗਏ ਆ। ਛੋਟੀਆਂ ਕਾਰਾਂ ਜਾਂ ਜਿਹੜੀਆਂ ਆਪਾਂ ਕਹੀਏ ਕਿ ਬਹੁਤ ਬੰਦੇ ਹੈਗੇ ਜਿਹੜੇ ਊਬਰ ਕਰਦੇ ਆ, ਲੈਫਟ ਦਾ ਕੰਮ ਕਰਦੇ ਆ, ਜਾਂ ਆਪਣਾ ਡੋ ਡੈਸ਼ ਦਾ ਕੰਮ ਕਰਦੇ ਆ, ਰਾਈਟ। ਸੋ ਉਹਦੇ ਕਰਕੇ ਜਿਹੜਾ ਹੈਗਾ ਜ਼ਿਆਦਾ ਲਗਜ਼ਰੀ ਕਾਰਾਂ ਤੋਂ ਥੋੜ੍ਹਾ ਧਿਆਨ ਹਜੇ ਘੱਟ ਹੈਗਾ। ਸੋ ਜ਼ਿਆਦਾ ਇਕੋਨਮਿਕ ਜਿਹੜੀਆਂ ਕਾਰਾਂ ਹੈਗੀਆਂ ਨੇ, ਜਾਂ ਬੇਸਿਕ ਲਾਈਕ ਰੇਂਜ ਲਾ ਲਈ ਆਪਾਂ 20 ਤੋਂ 30,000 ਤੱਕ ਦੀਆਂ ਜਿਹੜੀਆਂ ਕਾਰਾਂ ਹੈਗੀਆਂ ਨੇ ਉਹਨਾਂ ਦੀ ਜ਼ਿਆਦਾ। ਜਾਂ ਹੁਣ ਜੇ ਆਪਾਂ ਕਹੀਏ ਕਿ ਇਲੈਕਟ੍ਰਿਕ ਜਿਹੜੀਆਂ ਕਾਰਾਂ ਹੈਗੀਆਂ ਨੇ ਉਹਨਾਂ ਦੀ ਵੀ ਡਿਮਾਂਡ ਕਾਫੀ ਵਧੀ ਹੈ ਡਿਊ ਟੂ ਗੈਸ ਪ੍ਰਾਈਸ। ਇਲੈਕਟ੍ਰਿਕ ਕਾਰਾਂ ਦੀ ਤਾਂ ਇਨਵੈਂਟਰੀ 'ਚ ਮੈਂ ਬਹੁਤ ਘੱਟ ਦੇਖ ਰਹੀ ਹਾਂ ਕਿ ਰੀਸੇਲ ਲਈ ਕੋਈ ਆ ਰਹੀਆਂ ਨੇ ਜਾਂ ਯੂਜ਼ਡ ਕਾਰਸ ਆ ਰਹੀਆਂ ਨੇ। ਕੀ ਇਹ ਵਾਕਈ ਘੱਟ ਹੈ ਕਿ ਇਲੈਕਟ੍ਰਿਕ ਕਾਰਸ, ਯੂਜ਼ਡ ਕਾਰਸ ਜਿਹੜੀਆਂ ਨੇ ਘੱਟ ਵਿਕ ਰਹੀਆਂ ਨੇ ਜਾਂ ਘੱਟ ਆ ਹੀ ਰਹੀਆਂ ਨੇ? ਨਹੀਂ, ਇਲੈਕਟ੍ਰਿਕ ਕਾਰਾਂ ਐਕਚੁਅਲੀ ਕੀ ਹੈ ਕਿ ਡਿਮਾਂਡ ਇੰਨੀ ਹੈ ਕਿ ਇਲੈਕਟ੍ਰਿਕ ਕਾਰਾਂ ਜੇ ਅੱਜ ਆਉਂਦੀ ਹੈ ਤਾਂ ਕੱਲ੍ਹ ਹੈ ਨਹੀਂ। ਸੋ ਇਹ ਚੀਜ਼ ਆ। ਔਰ ਥੋੜ੍ਹਾ ਜਿਹਾ ਇਹ ਵੀ ਹੈਗਾ ਕਿਉਂਕਿ ਇਲੈਕਟ੍ਰਿਕ ਕਾਰਾਂ ਜਿਹੜੀਆਂ ਆ ਰਹੀਆਂ ਨੇ ਜ਼ਿਆਦਾ, ਜਿਹੜੀ ਬਣਾ ਰਹੀ ਹੈ ਉਹ ਟੈਸਲਾ ਬਣਾ ਰਹੀ ਹੈ। ਸੋ ਉਹਨਾਂ ਦੀ ਓਬਵੀਅਸਲੀ ਹੈ ਜਿਨ੍ਹਾਂ ਕੋਲ ਆਲਰੇਡੀ ਹੈਗੀ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਗੈਸ ਪ੍ਰਾਈਸ ਇੰਨੇ ਜ਼ਿਆਦਾ, ਉਹ ਵੇਚ ਨਹੀਂ ਰਹੇ ਕਾਰ। ਸੋ ਸਾਡੇ ਕੋਲ ਕਾਰ ਕਿੱਥੋਂ ਆਉਣੀ ਹੈ? ਜੇ ਕੋਈ ਐਕਚੁਅਲ ਕਾਰ ਵੇਚੂਗਾ ਤਾਂ ਸਾਡੇ ਕੋਲ ਕਾਰ ਆਏਗੀ। ਜ਼ਿਆਦਾਤਰ ਕਿਹੜਾ ਏਜ ਗਰੁੱਪ ਹੈ ਇਸ ਵਕਤ ਤੁਹਾਡੇ ਕੋਲ ਜਿਹੜਾ ਕਿ ਯੂਜ਼ਡ ਕਾਰਸ ਲੈਣ ਲਈ ਆ ਰਿਹਾ, ਪਰਚੇਸ ਕਰਨ ਲਈ? ਜ਼ਿਆਦਾਤਰ ਜਿਹੜਾ ਯੂਜ਼ਡ ਆਪਣਾ ਕਾਰ ਦੇ ਲਈ ਜਿਹੜਾ ਮੇਨ ਜਿਹੜਾ ਆਪਾਂ ਕੈਨੇਡੀਅਨ ਮਾਰਕੀਟ ਦੇ ਵਿੱਚ ਓਵਰਆਲ ਦੇ ਵਿੱਚ ਕਹੀਏ ਕਿ 22 ਤੋਂ ਲੈ ਕੇ ਜਿਹੜਾ 40 ਸਾਲ 45 ਸਾਲ ਦਾ ਜਿਹੜਾ ਗਰੁੱਪ ਹੈਗਾ ਉਹੀ ਜ਼ਿਆਦਾ ਬਾਇੰਗ ਕਰਦੇ ਆ। ਪਹਿਲਾਂ ਵੀ ਉਹੀ ਬਾਇੰਗ ਕਰਦੇ ਸੀ, ਹੁਣ ਵੀ ਉਹੀ ਬਾਇੰਗ ਕਰਦੇ ਜ਼ਿਆਦਾ। ਮਾਰਕੀਟ ਦੀ ਇਹ ਸਿਚੁਏਸ਼ਨ ਹਜੇ ਕਿੰਨੀ ਦੇਰ ਤੱਕ ਹੋਰ ਇੱਦਾਂ ਰਹਿ ਸਕਦੀ ਹੈ ਜਦੋਂ ਅਸੀਂ ਕਹੀਏ ਕਿ ਪੈਨਿਕ ਸਿਚੁਏਸ਼ਨ ਬਣੀ ਹੋਈ ਹੈ? ਇਨਫੈਕਟ ਬਾਇਰਸ ਵੀ ਲੈਣਾ ਚਾਹੁੰਦੇ ਆ ਅਤੇ ਉਧਰੋਂ ਦੀ ਸਪਲਾਈ ਵੀ ਨਹੀਂ ਇੰਨੀ ਹੋ ਪਾ ਰਹੀ ਹੈਗੀ। ਕੈਨੇਡੀਅਨ ਬਲੈਕ ਬੁੱਕ ਦੇ ਹਿਸਾਬ ਨਾਲ ਤਾਂ ਇਹ ਹੈਗਾ ਕਿ ਜਿਹੜਾ ਡਾਟਾ ਆ ਰਿਹਾ ਉਹਦੇ ਹਿਸਾਬ ਨਾਲ ਤਾਂ 2026 ਤੱਕ ਉਹ ਕਹਿ ਰਿਹਾ ਬਟ ਮੈਨੂੰ ਉਮੀਦ ਹੈਗੀ ਆ ਕਿ ਇਹ ਸਾਲ 1.5 ਸਾਲ ਤਾਂ ਇੱਦਾਂ ਹੀ ਬਣੀ ਰਹੇਗੀ। ਹਾਂਜੀ, ਇਹ ਸੋਚ ਰਹੇ ਨੇ ਕਿ ਹੁਣ ਜਿਵੇਂ ਗਰਮੀਆਂ ਦੇ ਵਿੱਚ ਕਾਰਾਂ ਦੇ ਪ੍ਰਾਈਸ ਬਹੁਤ ਜ਼ਿਆਦਾ, ਇਨਫੈਕਟ ਯੂਜ਼ਡ ਕਾਰ ਦੇ ਪ੍ਰਾਈਸ ਬਹੁਤ ਜ਼ਿਆਦਾ ਹਾਈ ਹੋ ਰਹੇ ਨੇ। ਸੋ ਜੇਕਰ ਸਰਦੀਆਂ ਤੱਕ ਵੇਟ ਕੀਤੀ ਜਾਵੇ, ਸ਼ਾਇਦ ਸਰਦੀਆਂ ਤੱਕ ਕੁਝ ਲੋਕ ਕਹਿ ਰਹੇ ਨੇ ਕਿ ਥੋੜ੍ਹਾ ਜਿਹਾ ਸਿਸਟਮ ਬੈਟਰ ਹੋਣਾ ਸ਼ੁਰੂ ਹੋ ਜਾਏਗਾ। ਸੋ ਤੁਹਾਨੂੰ ਲੱਗ ਰਿਹਾ ਕਿ ਇੰਨੀ ਛੇਤੀ ਜਿਹੜੀ ਆ ਮਾਰਕੀਟ ਬੈਕ ਟੂ ਨਾਰਮਲ ਹੋ ਸਕਦੀ ਹੈ? ਨਹੀਂ, ਇੰਨੀ ਛੇਤੀ ਨਾਰਮਲ ਨਹੀਂ ਹੋ ਸਕਦੀ। ਉਹਦੇ ਵਿੱਚ ਜੇ ਰੀਜ਼ਨ ਪੁੱਛਿਆ ਜਾਵੇ, ਕਿਉਂਕਿ ਦੇਖੋ ਕਾਰ ਦੇ ਵਿੱਚ ਬਣਾਉਣ ਦੇ ਲਈ ਨਾ ਘੱਟੋ ਘੱਟ 30 ਤੋਂ 35 ਵੈਂਡਰ ਹੁੰਦੇ ਨੇ ਜਿਹੜੇ ਡਿਫਰੈਂਟ ਉਹਨਾਂ ਦੇ ਪਾਰਟ ਮੈਨੂਫੈਕਚਰ ਕਰਦੇ ਆ। ਸੋ ਈਜ਼ੀ ਥਿੰਗ ਨਹੀਂ ਕਿ ਇੰਨੀ ਕਾਰ ਦੀ ਜਿਹੜੀ ਸਪਲਾਈ ਹੈਗੀ ਆ ਉਹਨੂੰ ਬੈਕਅਪ ਕਰਨ ਦੇ ਲਈ ਉਹਨੂੰ ਟਾਈਮ ਲੱਗੂਗਾ, ਕਿਉਂਕਿ ਲਾਈਕ ਇਹ ਕੋਈ ਛੋਟੀ ਚੀਜ਼ ਨਹੀਂ, ਇਜ਼ ਅ ਬਿਗ ਥਿੰਗ। ਸੋ ਟਾਈਮ ਤਾਂ ਇਹਨੂੰ ਲੱਗੇਗਾ। ਇਹ ਲਾਈਕ ਵਿੰਟਰ ਦੇ ਵਿੱਚ ਜੇ ਤੁਸੀਂ ਕਹਿੰਦੇ ਹੋਗੇ ਨਹੀਂ, ਇਹ ਵਿੰਟਰ ਦੇ ਵਿੱਚ ਇਸੇ ਤਰ੍ਹਾਂ ਹੀ ਰਹੂਗਾ। ਹੋ ਸਕਦਾ ਕਿ ਹੌਲੀ ਹੌਲੀ ਬੈਟਰ ਹੋ ਜਾਵੇ, ਇਹ ਚੀਜ਼ ਹੋ ਸਕਦੀ ਆ, ਬਟ ਹਾਲਾਤ ਪਹਿਲਾਂ ਵਰਗੇ ਹੋ ਜਾਣਗੇ ਇਹ ਹਜੇ ਨਹੀਂ ਲੱਗਦਾ। ਇਹ ਲਾਈਕ ਦੂਰ ਦਾ ਹਜੇ ਥੋੜ੍ਹੀ ਜਿਹੀ ਕੜੀ ਲੱਗਦੀ ਹੈ। ਜਿਹੜੇ ਇਸ ਵਕਤ ਦਰਸ਼ਕ ਖਾਸ ਤੌਰ 'ਤੇ ਤੁਹਾਨੂੰ ਵੇਖ ਰਹੇ ਨੇ ਇਨਸਾਈਡ ਕੈਨੇਡਾ, ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕੋਈ ਖਾਸ ਕੋਈ ਪਰਚੇਸਿੰਗ ਟਿਪ ਦੇਣਾ ਚਾਹੋਗੇ? ਕੁਝ ਕਹਿਣਾ ਚਾਹੋਗੇ? ਪਰਚੇਸਿੰਗ ਟਿਪ ਤਾਂ ਇਹੀ ਹੈਗਾ ਓਬਵੀਅਸਲੀ ਵੀ ਤੁਸੀਂ ਜੇ ਵਧੀਆ ਗੱਡੀ ਲੱਭ ਰਹੇ ਹੋ ਜਾਂ ਆਪਣੇ ਇਕੋਨਮਿਕ ਕਾਰ ਲੱਭ ਰਹੇ ਹੋ, ਤੁਸੀਂ ਸਭ ਤੋਂ ਪਹਿਲਾਂ ਸਰਚ ਕਰੀ ਜਾ ਸਕਦੇ ਆ ਇੰਟਰਨੈਟ 'ਤੇ, ਜਿੱਥੇ ਤੁਹਾਨੂੰ ਵਧੀਆ ਡੀਲ ਮਿਲਦੀ ਹੈਗੀ ਆ। ਬਾਕੀ ਜਿਹੜਾ ਹੈਗਾ ਹਾਲਾਤ ਮਾਰਕੀਟ ਦੇ ਇਹੋ ਜਿਹੇ ਹੈਗੇ, ਹੁਣ ਕੋਈ ਜ਼ਿਆਦਾ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਸਾਡੇ ਵੀ ਹੱਥ ਦੇ ਵਿੱਚ ਕੁਝ ਹੈ ਨਹੀਂ ਗਾ। ਨਹੀਂ ਤਾਂ ਅਸੀਂ ਗੱਲ ਕਰਦੇ ਹੁੰਦੇ ਹਾਂ ਡੀਲ ਦੀ ਇਸ ਤਰ੍ਹਾਂ ਦੀਆਂ ਵੀ ਸਾਡੇ ਕੋਲ ਪ੍ਰਾਈਸ ਬਹੁਤ ਘੱਟ ਆ ਇਸ ਤਰ੍ਹਾਂ। ਹੁਣ ਨਾਰਮਲ ਦੇ ਵਿੱਚ ਇੰਨਾ ਕੁਛ ਟਫ ਹੋਇਆ ਪਿਆ, ਇੰਨਾ ਟਾਈਟ ਹੋਇਆ ਪਿਆ ਕਿ ਕੁਛ ਵੀ ਕਹਿ ਦੇਣਾ ਥੋੜ੍ਹਾ ਜਿਹਾ ਔਖਾ ਲੱਗਦਾ। ਬਾਕੀ ਮੈਂ ਇਹੀ ਜ਼ਰੂਰ ਕਹੂੰਗਾ ਕਿ ਫਾਈਨਾਂਸ ਦੇ ਵਿੱਚ ਜਿਹੜੇ ਬੰਦੇ ਬਹੁਤ ਫਾਈਨਾਂਸ ਕਰਵਾ ਰਹੇ ਆ ਉਹ ਥੋੜ੍ਹਾ ਜਿਹਾ ਆਪਣਾ ਕ੍ਰੈਡਿਟ ਦਾ ਬਿਲਕੁਲ ਖਿਆਲ ਰੱਖਣ, ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈਗਾ, ਕਿਉਂਕਿ ਇੰਟਰਸਟ ਰੇਟ ਵੀ ਵੱਧ ਰਹੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਗੱਡੀਆਂ ਅਪਰੂਵ ਕਰਵਾਉਣੀਆਂ ਨੇ ਉਹ ਹੋਰ ਮੁਸ਼ਕਿਲ ਹੋਣਗੀਆਂ। ਸੋ ਆਪਣੇ ਕ੍ਰੈਡਿਟ ਨੂੰ ਧਿਆਨ ਰੱਖਿਆ ਜਾਵੇ, ਆਪਣੇ ਰੈਕਡ ਜਿਹੜੇ ਹੈਗੇ ਉਹਨਾਂ ਦੀ ਸੰਭਾਲ ਕੀਤੀ ਜਾਵੇ ਤਾਂ ਕਿ ਤੁਹਾਨੂੰ ਵਧੀਆ ਰੇਟ ਆਫ ਇੰਟਰਸਟ 'ਤੇ ਕਾਰ ਮਿਲ ਸਕੇ। ਆਲਮੋਸਟ 20 ਇਅਰਸ ਤੋਂ ਤੁਸੀਂ ਇਸ ਮਾਰਕੀਟ ਦੇ ਵਿੱਚ ਹੈਗੇ ਹੋ ਤੇ ਸ਼ੁਰੂ ਤੋਂ ਹੀ ਤੁਸੀਂ ਪ੍ਰੀ ਓਨਡ ਕਾਰਸ ਦੇ ਵਿੱਚ ਬਿਜ਼ਨਸ ਕਰ ਰਹੇ ਹੋ? ਜੀ, ਮੈਂ ਆਲਵੇਜ਼ ਯੂਜ਼ਡ ਕਾਰ ਦਾ ਬਿਜ਼ਨਸ ਕੀਤਾ। ਹਾਂਜੀ। ਸੋ ਪਹਿਲਾਂ ਕਦੇ ਐਵੇਂ ਦੀ ਸਿਚੁਏਸ਼ਨ ਬਣੀ ਹੈ ਜਿਵੇਂ ਦੀ ਹੁਣ ਬਣੀ ਹੋਈ ਆ ਕਿ ਪ੍ਰੀ ਓਨਡ ਜਾਂ ਫਿਰ ਯੂਜ਼ਡ ਕਾਰ ਨੂੰ ਲੈ ਕੇ ਕਾਫੀ ਮਾਰੋ-ਮਾਰੀ ਇਸ ਵਕਤ ਸਥਿਤੀ ਅਸੀਂ ਕਹਿ ਸਕਦੇ ਹਾਂ ਬਣੀ ਹੋਈ ਹੈ? ਇਹ ਮੇਰੇ 20 ਈਅਰ ਕੈਰੀਅਰ 'ਚ ਕਦੀ ਨਹੀਂ ਹੋਇਆ। ਨੋ, ਮੈਂ ਹਮੇਸ਼ਾ
ਬੜੀ ਈਜ਼ੀਲੀ ਗੱਡੀ ਅਵੇਲੇਬਲ ਹੁੰਦੀ ਸੀ ਔਰ ਅਸੀਂ ਈਜ਼ੀਲੀ ਪਰਚੇਜ਼ਿੰਗ ਕਰਦੇ ਸੀ। ਔਰ ਇਹ ਵੀ ਟਾਈਮ ਸੀਗਾ ਜਦੋਂ ਅਸੀਂ ਇੱਕ ਟਾਈਮ ਦੇ ਵਿੱਚ 2-2 ਟਰੱਕ ਲੋਡ ਵੀ ਬਾਏ ਕੀਤੇ। ਲੇਕਿਨ ਇਸ ਵਕਤ ਮਾਰਕੀਟ ਦੇ ਉਹ ਹਾਲਾਤ ਨਹੀਂ ਹੈਗੇ। ਇੱਕ ਗੱਡੀ ਨੂੰ ਯਾਨੀ ਲੱਭਣ ਵਾਸਤੇ ਬਹੁਤ ਸਟਰਗਲ ਕਰਨੀ ਪੈਂਦੀ ਆ ਔਰ ਕਈ ਦਫਾ ਤਾਂ ਇੰਨੀ ਉਹਦੀ ਪ੍ਰਾਈਸ ਕੰਪੀਟੀਸ਼ਨ ਦੀ ਵਜ੍ਹਾ ਤੋਂ ਚਲੀ ਜਾਂਦੀ ਹਾਈ ਕਿ ਕਸਟਮਰ ਵੀ ਉਹ ਆਫਰ ਨਹੀਂ ਦਿੰਦਾ ਸਾਨੂੰ। ਸੋ ਮਤਲਬ ਇਸ ਟਾਈਮ ਕਿੰਨਾ ਕੁ ਜ਼ਿਆਦਾ ਮੁਸ਼ਕਿਲ ਤੁਹਾਡੇ ਲਈ ਵੀ ਹੋ ਰਹੀ ਹੈ, ਕਿਉਂਕਿ ਕਸਟਮਰ ਲਈ ਤਾਂ ਮੁਸ਼ਕਿਲ ਹੋ ਹੀ ਰਹੀ ਹੈ ਕਿ ਇੱਕ ਐਵਰੇਜ ਆਪਣੇ ਬਜਟ ਦੇ ਅਕੋਰਡਿੰਗ ਕਾਰ ਲੱਭਣਾ। ਤੁਹਾਡੇ ਲਈ ਕਿੰਨਾ ਮੁਸ਼ਕਿਲ ਹੋ ਰਿਹਾ ਕਿ ਉਸ ਬਜਟ ਨੂੰ ਮੇਨਟੇਨ ਕਰਕੇ ਰੱਖਣਾ, ਕਿਉਂਕਿ ਤੁਹਾਨੂੰ ਵੀ ਪਿੱਛੋਂ ਇਨਵੈਂਟਰੀ ਜਦੋਂ ਤੁਸੀਂ ਆਪਣੀ ਪੂਰੀ ਬਣਾ ਕੇ ਰੱਖਣੀ ਆ ਤਾਂ ਤੁਹਾਡੇ ਲਈ ਵੀ ਮੁਸ਼ਕਿਲ ਹੋ ਰਿਹਾ ਹੁਣ। ਸਾਡੇ ਵਾਸਤੇ ਇਨਵੈਂਟਰੀ ਮੇਨਟੇਨ ਕਰਨਾ ਇਸ ਵੇਲੇ ਬਹੁਤ ਜ਼ਿਆਦਾ ਮੁਸ਼ਕਿਲ ਆ, ਕਿਉਂਕਿ ਕੋਈ ਵੀ ਇੱਕ ਗੱਡੀ ਅਸੀਂ ਜਦੋਂ ਆਪਣੀ ਲੋਟ ਤੋਂ ਮੂਵ ਕਰਦੇ ਹਾਂ ਤੇ ਉਹਦੀ ਜਗ੍ਹਾ ਤੇ ਗੱਡੀ ਲਿਆਉਣ ਲਈ ਸਾਨੂੰ ਬਹੁਤ ਟਾਈਮ ਸਪੈਂਡ ਕਰਨਾ ਪੈਂਦਾ ਤੇ ਉਹਦੇ ਵਾਸਤੇ ਸਾਨੂੰ ਹਾਈ ਪ੍ਰਾਈਸ ਵੀ ਪੇ ਕਰਨੀ ਪੈਂਦੀ ਹੈ ਔਰ ਜ਼ਿਆਦਾ ਸਟਰਗਲ ਵੀ ਕਰਨੀ ਪੈਂਦੀ ਹੈ। ਸੋ ਜਿਵੇਂ ਤੁਸੀਂ ਕਿਹਾ ਹਾਈ ਪ੍ਰਾਈਸ ਵੀ ਪੇ ਕਰਨੀ ਪੈਂਦੀ ਹੈ, ਸੋ ਆਮ ਤੌਰ ਤੇ ਦੇਖਿਆ ਜਾਂਦਾ ਇਸ ਵਕਤ ਕਿਹੜੀਆਂ ਗੱਡੀਆਂ ਦੀ ਜ਼ਿਆਦਾ ਡਿਮਾਂਡ ਹੈ? ਇਸ ਵਕਤ ਰੀਅਲ ਮਾਰਕੀਟ ਦੇ ਵਿੱਚ ਜਿਹੜੀ ਯਾਨੀ ਉਹਨੂੰ ਬੇਸਿਕ ਕਾਰ ਕਹਿ ਸਕਦੇ ਹਾਂ ਤੇ ਉਹਨਾਂ ਦੇ ਵਿੱਚ ਹੁੰਡਾਈ ਚੱਲਦੀ ਆ, ਵੌਕਸਵੈਗਨ ਬਹੁਤ ਜ਼ਿਆਦਾ ਹੈਗੀ ਆ ਤੇ ਬਾਕੀ ਟੋਯੋਟਾ ਕਰੋਲਾ ਵਗੈਰਾ ਇਹ ਤਾਂ ਰੈਗੂਲਰ ਕਾਰਾਂ, ਇਹਨਾਂ ਨੂੰ ਤਾਂ ਆਲਵੇਜ਼ ਡਿਮਾਂਡ 'ਚ ਹੁੰਦੀਆਂ। ਸੋ ਕਰਮ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ 20 ਸਾਲ ਵਾਲੀ ਸਿਚੁਏਸ਼ਨ ਅੱਜ ਤੱਕ ਨਹੀਂ ਤੁਸੀਂ ਕਦੇ ਵੇਖੀ, ਇਹਦਾ ਮੇਨ ਰੀਜ਼ਨ ਕੀ ਆ ਕਿ ਇੰਨੀ ਜ਼ਿਆਦਾ ਮਾਰਕੀਟ ਹੌਟ ਕਿਉਂ ਹੋ ਚੁੱਕੀ ਆ? ਕਿਉਂਕਿ ਆਪਾਂ ਜੇ ਪੈਂਡੈਮਿਕ ਦੇ ਦੌਰਾਨ ਗੱਲ ਕਰੀਏ ਤਾਂ ਉਸ ਵਕਤ ਰੀਅਲ ਏਸਟੇਟ ਦੀ ਮਾਰਕੀਟ ਬਹੁਤ ਜ਼ਿਆਦਾ ਹੌਟ ਸੀ, ਲੋਕਾਂ ਨੇ ਪੈਨਿਕ ਬਾਇੰਗ ਬਹੁਤ ਕੀਤੀ ਸੀ ਉਸ ਵਕਤ। ਸੋ ਕਾਰਾਂ ਨੂੰ ਲੈ ਕੇ ਜਦੋਂ ਗੱਲ ਆਉਂਦੀ ਆ ਪੈਂਡੈਮਿਕ ਦੇ ਦੌਰਾਨ ਤਾਂ ਲੋਕਾਂ ਨੇ ਇੰਨਾ ਸਫਰ ਵੀ ਨਹੀਂ ਕੀਤਾ, ਵਰਕ ਫਰੋਮ ਹੋਮ ਹੋਇਆ ਤੇ ਇਹ ਟ੍ਰੈਂਡ ਅਜੇ ਤੱਕ ਚੱਲਦਾ ਪਿਆ ਵਾ ਵਰਕ ਫਰੋਮ ਹੋਮ ਦਾ। ਸੋ ਇਸ ਦੇ ਬਾਵਜੂਦ ਜਿਹੜੀ ਕਾਰ ਮਾਰਕੀਟ ਆ ਉਹ ਇੰਨੀ ਜ਼ਿਆਦਾ ਕਿਉਂ ਹੌਟ ਬਣੀ ਹੋਈ ਹੈ? ਮੇਰੇ ਖਿਆਲ ਦੇ ਮੁਤਾਬਿਕ ਇਹਦੇ ਵਿੱਚ ਜਿਹੜਾ ਪੈਂਡੈਮਿਕ ਦੇ ਵਿੱਚ ਜਿਹੜੀਆਂ ਸ਼ਿਪਮੈਂਟਸ ਨਹੀਂ ਪਹੁੰਚੀਆਂ ਇੱਥੇ, ਜਿਹੜੀਆਂ ਚੀਜ਼ਾਂ ਪਾਰਟਸ ਆਣੇ ਸੀ ਉਹ ਇੱਥੇ ਨਹੀਂ ਪਹੁੰਚੇ ਟਾਈਮ ਸਿਰ, ਉਹਦੀ ਵਜ੍ਹਾ ਤੋਂ ਪ੍ਰੋਡਕਸ਼ਨ ਖਤਮ ਹੋ ਗਈ ਔਰ ਬੈਕਲੌਗ ਚੱਲਣਾ ਸ਼ੁਰੂ ਹੋ ਗਿਆ ਔਰ ਉਹਦੇ ਹੀ ਲਿੰਕ ਜਿਹੜਾ ਕਿ ਅੱਜ ਤੱਕ ਹਾਲੇ ਉਹਨੂੰ ਕਵਰੇਜ ਨਹੀਂ ਪੂਰੀ ਮਿਲੀ ਔਰ ਮੇਰੀ ਨਜ਼ਰ 'ਚ ਤਾਂ ਹਾਲੇ ਵੀ ਅਸੀਂ 50% ਬੈਕ ਜਾ ਰਹੇ ਹਾਂ। ਇੰਨਾ ਯਾਨੀ ਉਹਦੀ ਨਾ ਪ੍ਰੋਡਕਸ਼ਨ ਹੋਣ ਦੀ ਵਜ੍ਹਾ ਤੋਂ ਸਾਨੂੰ ਗੱਡੀ ਮਿਲਦੀ ਨਹੀਂ ਹੈਗੀ। ਸੋ ਇਹ ਸਿਚੁਏਸ਼ਨ ਸਿਰਫ ਕੈਨੇਡਾ ਦੇ ਵਿੱਚ ਹੈ ਜਾਂ ਵਰਲਡ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਇਹ ਸੇਮ ਸਿਚੁਏਸ਼ਨ? ਬੈਸਟ ਆਫ ਮਾਈ ਨੌਲੇਜ ਮੈਂ ਜਿੱਥੇ ਯਾਨੀ ਦੇਖਿਆ ਆ ਸੋ ਫਾਰ ਤਾਂ ਇਹ ਹਰ ਜਗ੍ਹਾ ਤੇ ਹੀ ਆ, ਇਹ ਸਿਰਫ ਕੈਨੇਡਾ 'ਚ ਨਹੀਂ ਹੈਗਾ। ਸੋ ਜਿਵੇਂ ਤੁਸੀਂ ਕਿਹਾ ਕਿ ਵੀ ਬੈਕ ਤੋਂ ਇਹ ਸਿਚੁਏਸ਼ਨ ਹੋ ਰਹੀ ਹੈ, ਤਾਂ ਰੀਜ਼ਨ ਕੀ ਹੈ ਕਿ ਕਾਰਾਂ ਦੀ ਮੈਨੂਫੈਕਚਰਿੰਗ ਨਹੀਂ ਉਸ ਤਰੀਕੇ ਨਾਲ ਹੋ ਪਾ ਰਹੀ ਜਾਂ ਕਾਰਾਂ ਦੇ ਪਾਰਟਸ ਨਹੀਂ ਉਸ ਤਰੀਕੇ ਨਾਲ ਮਿਲ ਪਾ ਰਹੇ? ਇਹਦਾ ਰੀਜ਼ਨ ਕੀ ਹੋ ਰਿਹਾ ਆ? ਕਿਉਂਕਿ ਜੇ ਹੁਣ ਦੇਖੀਏ ਪੈਂਡੈਮਿਕ ਦੇ ਲਗਭਗ 2 ਸਾਲ ਬਾਅਦ ਜਿਹੜੀਆਂ ਸਿਚੁਏਸ਼ਨਸ ਨੇ ਆਲਮੋਸਟ ਸੇਮ ਹੋਣ ਲੱਗ ਪਈਆਂ ਨੇ। ਉਹਦਾ ਇਹੀ ਮੈਂ ਕਹੂੰਗਾ ਕਿ ਕਿਉਂਕਿ ਪਾਰਟਸ ਪ੍ਰੋਪਰ ਅਵੇਲੇਬਲ ਨਹੀਂ ਹੈਗੀ, ਕੰਪਲੀਟ ਹਰ ਚੀਜ਼ ਜਿਹੜੀ ਪੈਕੇਜ ਦੇ ਵਿੱਚ ਹੋਣੀ ਚਾਹੀਦੀ ਆ ਉਹ ਅਵੇਲੇਬਲ ਨਹੀਂ ਆ ਔਰ ਉਹਦੀ ਵਜ੍ਹਾ ਤੋਂ ਗੱਡੀ ਦੀ ਸ਼ਾਰਟੇਜ ਆ ਰਹੀ ਆ, ਉਹਦੀ ਜਿੰਨੀ ਪ੍ਰੋਡਕਸ਼ਨ ਹੋਣੀ ਚਾਹੀਦੀ ਸੀ ਉਹ ਹੋ ਨਹੀਂ ਰਹੀ, ਰਾਈਟ? ਔਰ ਉਹ ਜਿਹੜੀ ਸ਼ਾਰਟੇਜ ਦੀ ਵਜ੍ਹਾ ਤੋਂ ਇਹ ਸਾਰਾ ਯਾਨੀ ਪ੍ਰੋਬਲਮ ਫੇਸ ਕਰ ਰਹੇ ਹਰ ਬੰਦਾ। ਸੋ ਇਹ ਵੀ ਹੈਗਾ ਹੈ ਕਿ ਪਹਿਲਾਂ ਤਾਂ ਹੁੰਦਾ ਸੀ ਕਿ ਲੋਕ ਆਮ ਤੌਰ 'ਤੇ ਇੱਥੇ ਸੁਣਨ ਚਾਹੁੰਦਾ ਸੀ ਕਿ ਗਰਮੀਆਂ ਵਿੱਚ ਮੋਸਟਲੀ ਜਿਹੜੀਆਂ ਖਾਸ ਤੌਰ 'ਤੇ ਵਾਈਟ ਕਮਿਊਨਿਟੀ ਆਪਣੀਆਂ ਕਾਰਾਂ ਵੇਚ ਦਿੰਦੇ ਆ ਤਾਂ ਕਿ ਸਰਦੀਆਂ ਦੇ ਨਜ਼ਦੀਕ ਉਹ ਫਿਰ ਦੁਬਾਰਾ ਬਾਏ ਕਰ ਲੈਂਦੇ ਨੇ। ਹੁਣ ਵੀ ਕੀ ਇਹ ਸਿਚੁਏਸ਼ਨ ਹੋ ਰਹੀ ਆ ਜਾਂ ਹੁਣ ਮਾਰਕੀਟ ਨੂੰ ਦੇਖਦੇ ਹੋਏ ਕੋਈ ਵੀ ਆਪਣੀ ਕਾਰ ਜਿਹੜਾ ਵੇਚਣਾ ਨਹੀਂ ਚਾਹੁੰਦਾ? ਇਸ ਵਕਤ ਮੇਰੇ ਖਿਆਲ ਦੇ ਮੁਤਾਬਿਕ ਤਾਂ ਬਹੁਤ ਜ਼ਿਆਦਾ ਮੈਜੋਰਿਟੀ ਜਿਹੜੇ ਬੰਦੇ ਆ ਉਹ ਤਾਂ ਆਪਣੀ ਕਾਰ ਵੇਚਣਾ ਨਹੀਂ ਚਾਹੁੰਦੇ ਨਾ। ਅਸੀਂ ਪਰਸਨਲੀ ਬੰਦਿਆਂ ਨੂੰ ਕੰਟੈਕਟ ਕੀਤਾ ਹੈਗਾ ਕਿ ਬਈ ਜੀ ਤੁਹਾਡੇ ਕੋਲ ਇੰਨੇ ਟਾਈਮ ਪਹਿਲੇ ਤੁਸੀਂ ਕਾਰ ਲਈ ਸੀ, ਕਾਰ ਚੇਂਜ ਕਰ ਲਓ। ਕੋਈ ਬੰਦਾ ਐਗਰੀ ਨਹੀਂ ਕਰਦਾ ਆਪਣੀ ਗੱਡੀ ਵੇਚਣ ਵਾਸਤੇ, ਉਹ ਕਹਿੰਦੇ ਨਹੀਂ ਜੀ ਮੈਂ ਆਪਣੀ ਨਹੀਂ ਵੇਚਣੀ। ਉਹਦੀ ਮੇਨ ਰੀਜ਼ਨ ਇਹੀ ਆ ਕਿ ਉਹ ਜੋ ਉਹਨਾਂ ਨੂੰ ਯਾਨੀ ਜਿੰਨੀ ਅਮਾਊਂਟ ਉਹਨਾਂ ਦੀ ਬਾਈ ਬੈਕ ਹੈਗੀ ਆ ਗੱਡੀਆਂ ਦੀ ਜਾਂ ਵਾਟ ਐਵਰ, ਮਾਰਕੀਟ 'ਚ ਉਸ ਤੋਂ ਵੇ ਹਾਇਰ ਪ੍ਰਾਈਸ ਆਫਰ ਹੈਗੀ ਆ। ਇਹੀ ਰੀਜ਼ਨ ਆ ਕਿ ਫਿਰ ਆਮ ਆਦਮੀ ਉਹ ਆਪਣੀ ਗੱਡੀ ਨੂੰ ਜਲਦੀ ਵੇਚਦਾ ਨਹੀਂ ਹੈਗਾ। ਜੇ ਨਵੀਆਂ ਗੱਡੀਆਂ ਦੀ ਬੁਕਿੰਗ ਕਰਵਾਉਂਦੇ ਆ, ਸੋ ਨਵੀਆਂ ਗੱਡੀਆਂ ਦੀ ਬੁਕਿੰਗ ਦੇ ਉੱਤੇ ਇਸ ਵਕਤ ਕਿੰਨਾ ਕੁ ਸਮਾਂ ਲੱਗ ਰਿਹਾ ਵਾ? ਮੇਰੇ ਖਿਆਲ ਦੇ ਮੁਤਾਬਿਕ 6 ਮਹੀਨੇ ਦਾ ਵੇਟਿੰਗ ਹੈਗਾ। ਹਾਂਜੀ। ਸੋ ਲਗਭਗ ਹਰ ਮਾਡਲ ਦੇ ਉੱਤੇ ਵੇਟਿੰਗ ਪੀਰੀਅਡ ਚੱਲ ਰਿਹਾ ਵਾ ਜਾਂ ਕੋਈ ਪਾਰਟਿਕੂਲਰ ਵੀ ਜਿਹਨਾਂ ਦੀ ਜ਼ਿਆਦਾ ਡਿਮਾਂਡ? ਮੋਸਟ ਆਫ them। ਤੇ ਕਦੋਂ ਤੱਕ ਤੁਹਾਨੂੰ ਲੱਗ ਰਿਹਾ ਕਿ ਮਾਰਕੀਟ ਵਿੱਚ ਹਜੇ ਐਵੇਂ ਦੀ ਹੀ ਸਿਚੁਏਸ਼ਨ ਰਹੇਗੀ?
ਮੇਰੇ ਖਿਆਲ ਦੇ ਮੁਤਾਬਿਕ ਤਾਂ ਮਿਨੀਮਮ 6 ਮਹੀਨੇ ਤਾਂ ਲੱਗ ਹੀ ਜਾਣਗੇ। ਹਾਂਜੀ, ਕਿਉਂਕਿ ਪ੍ਰੋਡਕਸ਼ਨ ਪੂਰੀ ਕਰਨਾ ਔਰ ਇੱਥੇ ਤਾਂ ਡਿਮਾਂਡ ਹੀ ਬਹੁਤ ਜ਼ਿਆਦਾ ਗੱਡੀ ਦੀ ਹੈਗੀ ਆ, ਤਾਂ ਉਹ ਡਿਮਾਂਡ ਨੂੰ ਪੂਰਾ ਕਰਨਾ ਹਾਲੇ ਬਹੁਤ ਪਿੱਛੇ ਆ। ਸੋ ਇਸ ਵਕਤ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ, ਕਿਉਂਕਿ ਹਰ ਕੋਈ ਇਸ ਵਕਤ ਜੇ ਕੋਈ ਕਾਰ ਲੈਣ ਦੀ ਪਲਾਨ ਕਰ ਰਿਹਾ, ਕੋਈ ਟਿਪ ਦੇਣਾ ਚਾਹੋਗੇ ਉਹਨਾਂ ਨੂੰ, ਕੁਝ ਕਹਿਣਾ ਚਾਹੋਗੇ ਇਸ ਸਿਚੁਏਸ਼ਨ ਨੂੰ ਕਿਵੇਂ ਟੈਕਲ ਕੀਤਾ ਜਾਵੇ, ਕਿਵੇਂ ਹੈਂਡਲ ਕੀਤਾ ਜਾਵੇ, ਕੁਝ ਕਹਿਣਾ ਚਾਹੋਗੇ? ਉਹਦੇ ਵਿੱਚ ਇਹੀ ਇੱਕ ਚੀਜ਼ ਹੈਗੀ ਆ ਕਿ ਤੁਸੀਂ ਅਗਰ ਗੱਡੀ ਚੇਂਜ ਕਰਨਾ ਚਾਹੁੰਦੇ ਹੋ ਤੇ ਸ਼ਾਪ ਅਰਾਊਂਡ ਕਰੋ। ਮਾਰਕੀਟ 'ਚ ਇਸ ਵਕਤ ਗੱਡੀ ਦੀ ਪ੍ਰਾਈਸ ਬਹੁਤ ਹਾਈ ਹੈਗੀ ਆ, ਔਰ ਕਹਿ ਲਓ ਕਿ ਜਿਹਨੇ ਗੱਡੀ ਵੇਚਣੀ ਆ ਉਹ ਇਹ ਮਿਸਟੇਕ ਨਾ ਕਰੇ ਕਿ ਬਸ ਇੱਕ ਜਗ੍ਹਾ ਤੇ ਜਾ ਕੇ ਤਾਂ ਗੱਡੀ ਵੇਚ ਦੇਵੇ। ਉਹਦੀਆਂ ਬਹੁਤ ਸਾਰੀਆਂ ਉਹਨੂੰ ਬੈਟਰ ਆਫਰਸ ਮਿਲ ਸਕਦੀਆਂ। ਉਹ ਸੀਗਾ ਕਿ ਕਿਸੇ ਟਾਈਮ ਹੁਣ ਅਸੀਂ ਰੀਅਲ ਸਟੇਟ ਦੀ ਗੱਲ ਕਰਦੇ ਹਾਂ ਕਿ ਇੱਕ ਘਰ ਦੇ ਉੱਤੇ ਮਲਟੀਪਲ ਆਫਰ ਸੀ, ਹੁਣ ਇੱਕ ਘਰ ਦੇ ਉੱਤੇ ਮਲਟੀਪਲ ਆਫਰਸ ਆ ਰਹੇ ਨੇ। ਦੈਟ ਇਜ਼ ਟਰੂ, ਦੈਟ ਇਜ਼ ਟਰੂ। ਸੋ ਇਹ ਹੁੰਦਾ ਕਿ ਕੋਈ ਮਾਰਨਿੰਗ ਦੇਖਣ ਜਾਂਦਾ ਕਰਕੇ ਮੈਂ ਫਲਾਣੇ ਦਿਨ ਦੇਖ ਕੇ ਆਉਣਾ, ਉਹਦੇ ਜਾਣ ਤੋਂ ਪਹਿਲਾਂ ਹੀ ਗੱਡੀ ਵਿਕੀ ਹੁੰਦੀ। ਮੇਰੇ ਕੋਲ ਇਸ ਵਕਤ ਮੈਂ ਤੁਹਾਨੂੰ ਰਾਈਟ ਐਟ ਦੀ ਸਪੌਟ ਗੱਲ ਕਰ ਰਿਹਾ, ਮੇਰੀ ਇੱਕ ਕਾਰ ਦੀ ਡੀਲ ਮੇਰਾ ਬੇਟਾ ਕਰ ਰਿਹਾ, ਜਦੋਂ ਕਿ ਦੂਸਰਾ ਬੰਦਾ ਸਟੈਂਡ ਬਾਈ ਆ ਉਹੀ ਕਾਰ ਵਾਸਤੇ। ਔਰ ਇਹ ਅਸੀਂ ਹੁਣ ਖਾਸ ਤੌਰ ਤੇ ਇਸ ਪੈਂਡੈਮਿਕ ਤੋਂ ਬਾਅਦ ਅਸੀਂ ਇਹ ਸਿਚੁਏਸ਼ਨ ਆਮ ਹੀ ਦੇਖਦੇ ਹਾਂ ਕਿ ਇੱਕ ਗੱਡੀ ਜਿਹੜੀ ਅਸੀਂ ਆਲਰੇਡੀ ਵੇਚ ਦਿੱਤੀ ਹੁੰਦੀ ਆ, ਦੂਸਰਾ ਕਸਟਮਰ ਆ ਕੇ ਸਾਨੂੰ ਕਹਿੰਦਾ ਕਿ ਉਸ ਤੋਂ ਜ਼ਿਆਦਾ ਪੈਸੇ ਲੈ ਕੇ ਮੈਨੂੰ ਦੇ ਦਿਓ, ਜਿਹੜਾ ਕਿ ਸਾਡੇ ਅਸੂਲ ਦੇ ਖਿਲਾਫ ਆ, ਅਸੀਂ ਕਰਦੇ ਨਹੀਂ ਹੈਗੇ, ਲੇਕਿਨ ਸਾਨੂੰ ਆਫਰਸ ਆਉਂਦੀਆਂ ਜੀ। ਕਈ ਵਾਰੀ ਇੱਦਾਂ ਹੁੰਦਾ ਕਿ ਡੀਲਰਸ ਤੋਂ ਜਦੋਂ ਗੱਲਬਾਤ ਹੁੰਦੀ ਹੈ ਕਿ ਡੀਲਰਸ ਤੋਂ ਕਿਹਨਾਂ ਤੋਂ ਲਈ ਜਾਵੇ ਗੱਡੀ, ਸੋ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਸਾਨੂੰ ਜ਼ਰੂਰ ਵਿਸਥਾਰ ਨਾਲ ਦੱਸੋ। ਕਈ ਸੋਚਦੇ ਨੇ ਕਿ ਜੇਕਰ ਅਸੀਂ ਜਿਵੇਂ ਕਿਸੇ ਪਾਰਟਿਕੂਲਰ ਮਾਡਲ ਹੈਗਾ ਤਾਂ ਉੱਥੋਂ ਡੀਲਰਸ ਤੋਂ ਜਾ ਕੇ ਲਈਏ ਜਾਂ ਅਸੀਂ ਬਾਹਰ ਕਿਸੇ ਪ੍ਰਾਈਵੇਟ ਡੀਲਰ ਤੋਂ ਲਈਏ, ਵੀ ਕੀ ਜ਼ਿਆਦਾ ਬੈਟਰ ਆਪਸ਼ਨਸ ਮਿਲ ਸਕਦੇ ਨੇ ਸਾਨੂੰ ਪ੍ਰਾਈਵੇਟ ਡੀਲਰਸ ਦੇ ਕੋਲ, ਜਾਂ ਫਿਰ ਸਾਨੂੰ ਸੇਮ ਹੀ ਉਹਨੇ ਕੀ ਇਨਵੈਂਟਰੀ ਦੀ ਜਦੋਂ ਗੱਲ ਆਉਂਦੀ ਹੈ ਕਿ ਪ੍ਰਾਈਵੇਟ ਡੀਲਰਸ ਦੇ ਕੋਲ ਇਨਵੈਂਟਰੀ ਦੇ ਵਿੱਚ ਕੀ ਆਪਸ਼ਨਸ ਹੋ ਸਕਦੇ ਨੇ? ਉਹਦੇ ਵਾਸਤੇ ਬੈਸਟ ਆਈਡੀਆ ਤਾਂ ਇਹੀ ਹੈਗਾ ਕਿ ਸ਼ਾਪ ਅਰਾਊਂਡ ਕਰੋ। ਆਪ ਦੇਖੋ ਕਿ ਉਹਦੇ ਵਿੱਚ ਯਾਨੀ ਤੁਹਾਡੀ ਫੇਵਰ ਦੇ ਵਿੱਚ ਕੀ ਡੀਲ ਹੈਗੀ ਆ। ਕਸਟਮਰ ਖੁਦ ਆਪਣੇ ਵਾਸਤੇ ਯਾਨੀ ਉਹਨੂੰ ਚੈੱਕ ਕਰੇ। ਦੂਸਰੀ ਚੀਜ਼ ਕਸਟਮਰ ਦੀ ਡੀਲਰ ਦੀ ਰੈਪੂਟੇਸ਼ਨ ਦੇਖੋ ਕਿ ਡੀਲਰ ਦੀ ਰੈਪੂਟੇਸ਼ਨ ਕੀ ਆ, ਕਿਆ ਪੁਰਾਣਾ ਡੀਲਰ ਆ, ਵਾਕਈ ਆਪਣੀ ਪ੍ਰੋਡਕਟ ਦੇ ਨਾਲ ਖੜਾ ਹੁੰਦਾ, ਰਾਈਟ। ਸੋ ਇਹ ਚੀਜ਼ਾਂ ਦੇਖ ਕੇ ਫਿਰ ਡੀਲ ਕਰਨੀ ਚਾਹੀਦੀ। ਮੇਰੇ ਹੁਣੀ ਕੈਮਰਾਮੈਨ ਨੇ ਵੀ ਮੈਨੂੰ ਇੱਕ ਚੀਜ਼ ਸੁਜੈਸਟ ਕੀਤੀ ਹੈ ਕਿ ਗੈਸ ਪ੍ਰਾਈਸ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਇਹ ਚੀਜ਼ ਲੋਕੀ ਨਜ਼ਰਅੰਦਾਜ਼ ਕਰ ਰਹੇ ਨੇ, ਸਟਿਲ ਗੱਡੀਆਂ ਬਾਏ ਕਰ ਰਹੇ ਨੇ, ਕਿਉਂਕਿ ਇਹ ਸੋਚਿਆ ਜਾ ਰਿਹਾ ਸੀ ਗੈਸ ਪ੍ਰਾਈਸ ਜਿੰਨੀ ਜ਼ਿਆਦਾ ਵੱਧ ਰਹੀ ਆ ਹੁਣ ਤਾਂ ਲੋਕੀ ਟ੍ਰਾਂਜ਼ਿਟ ਦੇ ਉੱਤੇ ਜਿਹੜਾ ਆ ਟਰੈਵਲ ਕਰਨਾ ਸ਼ੁਰੂ ਕਰ ਦੇਣਗੇ, ਕਿਉਂਕਿ ਗੈਸ ਪ੍ਰਾਈਸ ਅਫੋਰਡ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ, ਬਟ ਇਹ ਚੀਜ਼ ਦਾ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਬੇਸਿਕਲੀ ਜਿਹੜੀ ਪਬਲਿਕ ਟਰਾਂਸਪੋਰਟ ਆ ਨਾ, ਉਹਦੇ ਵਿੱਚ ਟਾਈਮ ਕੰਜ਼ਿਊਮਿੰਗ ਬਹੁਤ ਜ਼ਿਆਦਾ ਆ। ਸੋ ਟਾਈਮ ਕੰਜ਼ੰਪਸ਼ਨ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ, ਇਸ ਵਾਸਤੇ ਉਹ ਕਿਸੇ ਵੀ ਪ੍ਰਾਈਸ ਤੇ ਉਹ ਗੱਡੀ ਲੈਣ ਲਈ ਰੈਡੀ ਹੁੰਦਾ, ਔਰ ਉਹ ਐਕਸਪੈਂਸ ਕਰਨ ਲਈ ਵੀ ਰੈਡੀ ਹੁੰਦਾ। ਉਹਨੂੰ ਬੇਸ਼ੱਕ ਓਵਰ ਟਾਈਮ ਕੰਮ ਕਰਨਾ ਪਵੇ, ਲੇਕਿਨ ਉਹ ਪ੍ਰੈਫਰ ਇਹ ਕਰੂਗਾ ਕਿ ਬਜਾਏ ਘੰਟਾ 2 ਘੰਟੇ ਬੱਸ ਤੇ ਜ਼ਾਇਆ ਕਰਨ ਦੇ, ਕੰਮ ਦੇ ਉੱਤੇ 2 ਘੰਟੇ ਹੋਰ ਓਵਰ ਟਾਈਮ ਲਾ ਲਓ, ਲੇਕਿਨ ਗੱਡੀ ਲੈ ਲਓ। ਸੋ ਦੋਸਤੋ, ਇਹ ਸੀ ਸਾਡਾ ਹਮਦਰਦ ਟੀਵੀ ਦਾ ਖਾਸ ਐਪੀਸੋਡ, ਜੋ ਕਿ ਕਾਰ ਇਸ ਵਕਤ ਸੋਚ ਰਹੇ ਨੇ ਕੈਨੇਡਾ ਵਿੱਚ ਲੈਣ ਦੇ ਬਾਰੇ ਵਿੱਚ। ਸੋ ਤੁਹਾਨੂੰ ਦੱਸਿਆ, ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੋ ਇਸ ਵਕਤ ਕਾਰਾਂ ਦੀ ਮਾਰਕੀਟ ਹੈਗੀ ਹੈ ਇੰਨੀ ਹੌਟ ਕਿਉਂ ਬਣੀ ਹੋਈ ਹੈ, ਸੋ ਇਸ ਤੋਂ ਬਾਅਦ ਕਿੰਨੀ ਦੇਰ ਤੱਕ ਇਹ ਮਾਰਕੀਟ ਦੀ ਕੰਡੀਸ਼ਨ ਇਸ ਤਰੀਕੇ ਦੀ ਰਹਿ ਸਕਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਪਸੰਦ ਆਇਆ ਹੋਵੇਗਾ। ਦੁਨੀਆ ਦੇ ਜਿਹੜੇ ਵੀ ਕੋਨੇ ਵਿੱਚ ਬੈਠੇ ਇਸ ਵਕਤ ਤੁਸੀਂ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ, ਸਾਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਕਿ ਤੁਹਾਡੇ ਇੱਥੇ ਵੀ ਇਸ ਵਕਤ ਕਾਰਾਂ ਨੂੰ ਲੈ ਕੇ ਇੰਨੀ ਮਾਰੋ-ਮਾਰੀ ਪਈ ਹੋਈ ਹੈ, ਤੇ ਨਾਲ ਦੀ ਨਾਲ ਤੁਹਾਡੇ ਕੋਲ ਕਿਹੜੀ ਕਾਰ ਹੈ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ। ਦੇਖਦੇ ਰਹੋ ਹਮਦਰਦ ਟੀਵੀ। ਫਿਲਹਾਲ ਮੈਨੂੰ ਕੈਮਰਾਮੈਨ ਮਨਦੀਪ ਪੁਨੀਆ ਦੇ ਨਾਲ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।